ਅੱਛਾ ਭੈਣ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਊਂਠ ਲੈਣ? ਕਮਾਲੀ ਸ਼ਹਿਰ ਤੋਂ। ਹਰ ਸਾਲ ਇੱਥੋਂ ਹੀ ਲੈ ਕੇ ਜਾਂਦੇ। ਅੱਛਾ ਜੀ। ਤਕਰੀਬਨ ਸਾਨੂੰ 10-12 ਸਾਲ ਹੋ ਚੱਲੇ ਇੱਥੇ ਲੈ ਕੇ। ਆ ਸਾਹਮਣੇ ਜਿਹੜਾ ਹੈਗਾ ਆ ਅੱਛਾ ਜੀ, ਵੱਡਾ ਤੇ ਜਿਹੜਾ ਮਾਲਕ ਕੀ ਮੰਗ ਰਿਹਾ ਇਸ ਊਂਠ ਦਾ? ਮਾਲਕ 4 ਲੱਖ ਮੰਗ ਰਿਹਾ ਹੈ। ਹਾਂਜੀ अस्सलाम वालेकुम। ਅੱਜ ਮੈਂ ਉਪੜਿਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਖਾਨੇਵਾਲ ਤਹਿਸੀਲ ਮੀਆਂ ਚੰਨੂ ਦੇ ਇਲਾਕਾ ਮੋਸਨਵਾਲ ਅੰਦਰ। ਤੇ ਇਹ ਮੋਸਨਵਾਲ ਮੇਰਾ ਆਪਣਾ ਵੀ ਆਬਾਈ ਇਲਾਕਾ ਹੈ। ਮੈਂ ਇੱਥੋਂ ਦਾ ਵੀ ਰਹਿਣ ਹਾਂ। ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕੁਰਬਾਨੀ ਈਦ ਆ ਚੁੱਕੀ ਹੈ ਤੇ ਜਗ੍ਹਾ ਜਗ੍ਹਾ ਬੱਕਰਿਆਂ ਦਾ, ਵੱਛਿਆਂ ਦਾ, ਕੱਟਿਆਂ ਦਾ ਜ਼ੋਰੋ ਸ਼ੋਰ ਨਾਲ ਰਸ਼ ਲੱਗਿਆ ਹੋਇਆ ਹੈ। ਤੇ ਅਸੀਂ ਆਪਣੇ ਇਲਾਕੇ ਦੀ ਊਂਠ ਮੰਡੀ ਅੰਦਰ, ਜਿਹੜੀ ਕਿ ਜ਼ਿਲ੍ਹਾ ਖਾਨੇਵਾਲ ਦੀ ਸਭ ਤੋਂ ਵੱਡੀ ਮੰਡੀ ਗਿਣੀ ਜਾਂਦੀ ਹੈ। ਇੱਥੇ ਵੱਖੋ ਵੱਖ ਨਸਲ ਦੇ ਊਂਠ ਵੇਖਣ ਨੂੰ ਮਿਲਣਗੇ, ਜਿਹੜੇ ਕਿ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਅੰਦਰ ਦਿਖਾਵਾਂਗੇ। ਤੇ ਇਹ ਸਿੰਧ ਚ ਲਿਆ ਕੇ ਇੱਥੇ ਅੱਗੇ ਸੇਲ ਕੀਤੇ ਜਾਂਦੇ ਨੇ। ਤੇ ਇੱਥੇ ਪੰਜਾਬ ਦੇ ਵੱਖੋ ਵੱਖ ਜ਼ਿਲ੍ਹਿਆਂ ਚੋਂ ਲੋਕ ਊਂਠ ਖਰੀਦਣ ਆਉਂਦੇ ਨੇ। ਤੇ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਅੰਦਰ ਊਂਠ ਦੀਆਂ ਨਸਲਾਂ ਬਾਰੇ ਦੱਸਾਂਗੇ, ਕਿਹੜੀ ਕਿਹੜੀ ਨਸਲ ਦਾ ਊਂਠ ਇੱਥੇ ਮੌਜੂਦ ਹੈ। ਤੇ ਨਾਲ ਅਸੀਂ ਗੱਲ ਕਰਾਂਗੇ ਇੱਥੇ ਮੌਜੂਦ ਊਂਠਾਂ ਦੇ ਮਾਲਕਾਂ ਨਾਲ, ਤੇ ਦੂਰ ਦਰਾਜ਼ ਤੋਂ ਆਏ ਗਾਹਕਾਂ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਕਿ ਕੌਣ ਕਿੱਥੋਂ ਕਿੱਥੋਂ ਊਂਠ ਖਰੀਦਣ ਆਇਆ ਹੈ। ਵੀਡੀਓ ਐਂਡ ਤੱਕ ਦੇਖਿਓ। अस्सलाम वालेकुम ਵੀਵਰ। ਅੱਜ ਅਸੀਂ ਆਪਣੇ ਲਹਿੰਦੇ ਪੰਜਾਬ ਦੇ ਸ਼ਹਿਰ ਮੀਆਂ ਚੰਨੂ ਦੇ ਇਲਾਕਾ ਮੋਸਨਵਾਲ ਤੇ, ਜਿੱਥੇ ਅਸੀਂ ਅੱਜ ਤੁਹਾਨੂੰ ਵਿਖਾਣੀ ਹੈ ਸਿੰਧ ਤੋਂ ਬਾਅਦ ਜਿਹੜੀ ਪੰਜਾਬ 'ਚ ਮਸ਼ਹੂਰ ਊਂਠਾਂ ਦੀ ਮੰਡੀ ਹੈ। ਸਿੰਧ ਤੋਂ ਬਾਅਦ ਜਿਹੜੀ ਕਿ ਸਭ ਤੋਂ ਜ਼ਿਆਦਾ ਊਂਠ ਜਿਹੜੇ ਇਲਾਕੇ 'ਚ ਆਉਂਦੇ ਨੇ ਉਹ ਸਾਡਾ ਇਲਾਕਾ ਮੋਸਨਵਾਲ ਹੈ। ਤੇ ਇੱਥੇ ਮੰਡੀ ਲੱਗਦੀ ਹੈ ਜਿੱਥੇ ਲੋਕ ਦੂਰ ਦਰਾਜ਼ ਤੋਂ ਆਉਂਦੇ ਨੇ ਊਂਠ ਖਰੀਦਣ। ਤੇ ਸਾਡੇ ਨਾਲ ਊਂਠਾਂ ਦੇ ਮਾਲਕ ਮੌਜੂਦ ਨੇ। ਮਜ਼ੀਦ ਅਸੀਂ ਗੱਲ ਕਰਾਂਗੇ ਉਹਨਾਂ ਨਾਲ ਤੇ ਉਹ ਤੁਹਾਨੂੰ ਦੱਸਣਗੇ ਮੰਡੀ ਦਾ ਹਾਲ ਕੀ ਜਾ ਰਿਹਾ ਹੈ ਤੇ ਲੋਕਾਂ ਦਾ ਕੀ ਰੁਝਾਨ ਹੈ ਖਰੀਦਦਾਰੀ ਦਾ। ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਆਪਾਂ ਰਾਣਾ ਕੁਰਬਾਨ ਸਾਹਿਬ ਨਾਲ। ਸਾਨੂੰ ਮਜ਼ੀਦ ਉਹ ਆਪਣੀ ਜ਼ੁਬਾਨੀ ਦੱਸਣਗੇ। अस्सलाम वालेकुम राणा साहब। ਰਾਣਾ ਸਾਹਿਬ, ਅਸੀਂ ਅੱਜ ਤੁਹਾਨੂੰ ਜਿਵੇਂ ਕਿ ਪਤਾ ਹੈ ਕਿ ਕੁਰਬਾਨੀ ਈਦ ਨੇੜੇ ਆ ਗਈ ਹੈ। ਬਿਲਕੁਲ ਜੀ ਬਿਲਕੁਲ। ਤੇ ਅਸੀਂ ਇਹੀ ਚਲੋ ਮਾਲੂਮਾਤ ਮੰਡੀ ਦੀ ਸੂਰਤ ਹਾਲ ਲੈ ਕੇ ਆਈਏ ਕੀ ਕੋ ਗਾਹਕਾਂ ਦਾ ਰੁਝਾਨ ਹੈ ਊਂਠਾਂ ਵੱਲ, ਖਰੀਦਦਾਰੀ ਵੱਲ, ਤੇ ਕਿਸ ਤਰ੍ਹਾਂ ਮੰਡੀ ਦੀ ਸੂਰਤ ਹਾਲ ਹੈ, ਤੇਜ਼ੀ ਹੈ, ਮੰਦਾ ਹੈ। ਤੇ ਇਹ ਕੁਝ ਤੁਸੀਂ ਸਾਨੂੰ ਸਾਰਾ ਕੁਝ ਅੱਜ ਦੱਸਣਾ ਹੈ ਸਾਡੀ ਇਸ ਵੀਡੀਓ ਰਾਹੀਂ। ਤੇ ਦੱਸਿਓ ਜੀ ਜ਼ਰਾ ਕੀ ਸੂਰਤ ਹਾਲ ਚੱਲ ਰਹੀ ਹੈ ਮੰਡੀ ਦੀ। भाई साहब महीना हो गया सिंध चो ले आए हैं ऊँट गड्डियां दे जरिए, लेकिन कोई गाहक नहीं आया। महीना हो गया साम रहे हैं, मुल पुछते ने, पुछ के चले जाते ने। ਅੱਛਾ, ਯਾਨੀ ਕਿ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਇੰਨੀ ਮਹਿੰਗਾਈ ਦਾ ਉਹ ਹਾਂਜੀ, ਹਾਂਜੀ। ਸਿਸਟਮ ਜ਼ਿਆਦਾ ਤੇਜ਼ ਹੋ ਚੁੱਕਿਆ ਕਿ ਜਿਹੜਾ ਆਂਦਾ ਗਾਹਕ ਪਿੱਛੋਂ, ਯਾਨੀ ਕਿ ਤੁਸੀਂ ਖਰੀਦ ਕੇ ਲਿਆਓ ਉਹ ਰੇਟ ਤੇ ਵੀ ਤੁਹਾਡੇ ਨਹੀਂ ਵਿਕ ਰਿਹਾ। ਮਹੀਨਾ ਹੋ ਗਿਆ ਜਿਹੜਾ ਆਂਦਾ ਰੇਟ ਸੁਣ ਕੇ ਚਲਾ ਜਾਂਦਾ। सुन के चले जाते ने। अलहमदुलिल्लाह मोसनवाल मंडी कोट सजान दी सहीवाल ब्याड़ी दे व्यापारी इत्थे बूरे वाले दे उकाड़े तक मुल्तान तक दे व्यापारी आंदे ने ते, लेकिन रेट सुनते ने ते चले जाते ने। ਅੱਛਾ, ਯਾਨੀ ਕਿ ਫਿਰ ਤੇ ਆਪਣੇ, ਯਾਨੀ ਕਿ ਮੈਂ ਅੱਗੇ ਜਿਵੇਂ ਗੱਲ ਕਰ ਰਿਹਾ ਸੀ ਕਿ ਸਿੰਧ ਤੋਂ ਬਾਅਦ ਦੀ ਜਿਹੜੀ ਸਭ ਤੋਂ ਵੱਡੀ ਮੰਡੀ ਉਹ ਆਪਣੇ ਇਲਾਕਾ ਮੋਸਨਵਾਲ ਦੀ ਹੈ। ਇਹ ਮੋਸਨਵਾਲ ਦੀ ਇਹ ਕਦੀਮੀ ਪੁਰਾਣੀ ਮੰਡੀ ਹੈ। ਪਹਿਲੇ ਅਸੀਂ ਲੈ ਕੇ ਪੈਦਲ ਆਂਦੇ ਸੀਗੇ, ਮਹੀਨਾ ਪੈਦਲ ਆਂਦੇ ਸੀਗੇ, ਟੋਰ ਕੇ ਮਾਲ ਇੱਥੇ ਆਣਾ, ਇੱਥੋਂ ਫਿਰ ਲਿਆ ਕੇ ਫਰੋਖਤ ਕਰਨਾ। ਉਸ ਤੋਂ ਬਾਅਦ ਹੁਣ ਅਲਹਮਦੁਲਿਲਾ ਮਸ਼ੀਨਰੀ ਦੌਰ ਹੈ। ਹੁਣ ਮਲਦਿਆਂ ਦੇ ਥਰੂ, ਟਰਾਲਿਆਂ ਦੇ ਥਰੂ ਮਾਲ ਆਂਦਾ ਹੈ। ਲੇਕਿਨ ਇਸ ਸਾਲ ਤਾਂ ਇੰਨੇ ਪਰੇਸ਼ਾਨ ਆ ਕਿ ਰੇਟ ਵੀ ਹੱਦ ਤੋਂ ਵੱਧ ਗਏ ਨੇ। ਅੱਛਾ, ਰੇਟ ਸੁਣਦਾ ਤੇ ਚਲਾ ਜਾਂਦਾ। ਅੱਛਾ, ਯਾਨੀ ਕਿ ਇਹ ਜਿਹੜੀ ਕਿ ਤੁਸੀਂ ਸਾਨੂੰ ਅੱਗੇ ਗੱਲ ਦੱਸ ਰਹੇ ਹੋ ਕਿ ਪੁਰਾਣੇ ਦੌਰ ਦੇ ਵਿੱਚ ਤੁਸੀਂ ਊਂਠ ਟੋਰ ਕੇ ਲੈ ਕੇ ਆਉਂਦੇ ਸੀ। ਹਾਂਜੀ ਟੋਰ ਕੇ ਲੈ। ਤੇ ਇਹਦੇ ਫਿਰ ਤੁਹਾਨੂੰ ਬੜਾ ਟਾਈਮ ਲੱਗਦਾ ਹੋਣਾ ਉੱਥੋਂ ਆਉਂਦਿਆਂ, ਰਸਤੇ ਦੇ ਵਿੱਚ 100 ਮਾਮਲਾਤ। ਪੂਰਾ ਮਹੀਨਾ ਲੱਗਦਾ ਸੀਗਾ ਜੀ। ਅੱਛਾ ਜੀ। ਹਾਂਜੀ। ਤੇ ਇਹ ਤੁਸੀਂ ਫਿਰ ਕੋਈ ਮਤਲਬ ਕੋਈ ਖਾਸ ਰਸਤੇ ਸੀ ਜਿਨ੍ਹਾਂ ਥਾਣੀ ਆਉਂਦੇ ਸੀ, ਜਾਂ ਕੋਈ ਤੁਹਾਡਾ ਉਹ ਕੀਤਾ ਹੋਇਆ ਸੀ ਸਿਸਟਮ, ਕਿੱਦਾਂ ਫਿਰ ਮਤਲਬ ਪਹੁੰਚਦੇ ਸੀ? ਇਹ ਸਾਡੇ ਪੁਰਾਣੇ ਦਾਦੇ ਪੜਦਾਦੇ ਤੋਂ ਕਾਰੋਬਾਰ ਚੱਲਿਆ ਰਿਹਾ। ਉਹਨਾਂ ਨੇ ਰਾਹ ਵੇਖੇ ਸੀ, ਉਹਨਾਂ ਦੇ ਰਾਹਾਂ ਤੇ ਚੱਲਦੇ ਫਿਰ ਅਸੀਂ ਵੀ ਤੁਰ ਕੇ ਆਂਦੇ ਸੀ। ਅੱਛਾ ਜੀ, ਪੈਦਲ ਸਫ਼ਰ ਕਰਦੇ ਸੀ। ਠੀਕ ਹੋ ਗਿਆ। ਤੇ ਵੀਵਰ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਜਾਵਾਂ ਕਿ ਸਾਡੇ ਇਲਾਕਾ ਮੋਸਨਵਾਲ ਨੂੰ ਕੋਲੀ ਚੱਕ ਵੀ ਕਿਹਾ ਜਾਂਦਾ ਹੈ ਤੇ ਊਂਠਾਂ ਵਾਲਾ ਚੱਕ ਵੀ ਕਿਹਾ ਜਾਂਦਾ। 34 ਊਂਠਾਂ ਵਾਲੀ, ਇਹ ਊਂਠਾਂ ਵਾਲੀ ਇਸੇ ਵਜ੍ਹਾ ਤੋਂ ਕਿਹਾ ਜਾਂਦਾ ਕਿਉਂਕਿ ਜਿਹੜੇ ਚੜ੍ਹਦੇ ਪੰਜਾਬ ਤੋਂ ਬਜ਼ੁਰਗ ਆਏ ਸਨ, ਸਾਡੇ ਯਾਨੀ ਕਿ ਵੱਡੇ ਬਾਪ ਦਾਦਾ ਆਏ ਸਨ, ਉਹ ਸ਼ੁਰੂ ਤੋਂ ਹੀ ਊਂਠਾਂ ਦਾ ਯਾਨੀ ਕਿ ਕਾਰੋਬਾਰ ਕਰਦੇ ਸਨ, ਜਿਹੜੀ ਵਜ੍ਹਾ ਤੋਂ ਇਹ 34 ਚੱਕ ਊਂਠਾਂ ਦੇ ਨਾਮ ਤੋਂ ਵੀ ਜਾਣੀ ਜਾਂਦੀ ਹੈ। ਹਾਂਜੀ, ਇਹ ਬਿਲਕੁਲ ਗੱਲ ਸੱਚ ਹੈ ਜੀ। ਬਿਲकुल ਕਿਉਂਕਿ ਇਹ ਸਾਨੂੰ ਪਾਕਿਸਤਾਨ 'ਚ ਮਸ਼ਹੂਰ ਹੈ ਚੱਕ। ਠੀਕ ਹੋ ਗਿਆ। ਤੇ ਇਹ ਕੋਲੀ ਚੱਕ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੀ ਇੱਕ ਇਲਾਕਾ ਸੀ
ਕੋਲੀ ਚੱਕ, ਯਾਨੀ ਕਿ ਉੱਥੇ ਦਾ ਪਿੰਡ ਕੋਲੀ, ਉਹਦੀ ਹਿੰਦੁਸਤਾਨ ਦਾ, ਹਾਂਜੀ ਉਹਦੀ ਵਜ੍ਹਾ ਤੋਂ ਇਹਦਾ ਨਾਮ ਕੋਲੀ ਚੱਕ ਪਿਆ। ਉਹ ਉੱਥੇ ਦੀ ਮਲਕਾ ਸੀ ਕੋਲਾਂ ਰਾਣੀ। ਕੋਲਾ ਰਾਣੀ ਕੋਲਾਂ ਰਾਣੀ ਦੀ ਵਜ੍ਹਾ ਤੋਂ ਉਹ ਕੋਲੀ ਚੱਕ ਪਿਆ, ਤੇ ਉਹ ਯਾਨੀ ਕਿ ਹੁਣ ਇੱਥੇ ਵੀ ਉਹ ਚੀਜ਼ ਆਬਾਦ ਹੈ ਕੋਲੀ ਦੇ ਨਾਮ ਤੋਂ। ਹਾਂਜੀ ਉਹਦਾ ਨਾਮ ਮਸ਼ਹੂਰ ਹੈ। ਹਾਂਜੀ, ਇਹ ਗੱਲ ਜਿਹੜੀ ਮੈਂ ਕਰ ਰਿਹਾ, ਇਹ ਸਾਡੇ ਬਜ਼ੁਰਗਾਂ ਥਾਣੀ ਸਾਨੂੰ ਪਹੁੰਚੀ ਹੈ, ਤੇ ਬਿਲਕੁਲ। ਮਜੀਦ ਰਾਣਾ ਸਾਹਿਬ ਵੀ ਸਾਨੂੰ ਇਸ ਚੀਜ਼ ਦੇ ਬਾਰੇ ਦੱਸਣਗੇ। ਹਾਂਜੀ ਤੇ ਯਾਨੀ ਕਿ ਹੁਣ ਜਿਹੜੇ ਗਾਹਕ ਇੱਥੇ ਊਂਠ ਖਰੀਦੇ, ਉਹ ਫਰੋਖਤ ਦੀ ਖਰੀਦਣ ਦੀ ਨੀਅਤ ਨਾਲ ਆਉਂਦੇ ਨੇ, ਉਹ ਕਿੱਥੋਂ ਕਿੱਥੋਂ ਦੇ ਜਿਹੜੇ ਹੁਣ ਤੱਕ ਖਰੀਦ ਚੁੱਕੇ ਨੇ ਜਾਂ ਆ ਰਹੇ ਨੇ, ਜ਼ਿਆਦਾਤਰ ਕਿਹੜੀ ਸਾਈਡ ਤੇ ਆਪਣੇ ਊਂਠ ਜਾ ਰਹੇ ਨੇ? ਬਿਆੜੀ, ਬੂਰਾ, ਆਰਫਲਾ, ਚੀਚਾ ਵਤਨੀ, ਮੀਆਂ ਚੰਨੂ, ਸਹੀਵਾਲ। ਅੱਛਾ ਜੀ, ਹਾਂਜੀ ਹਾਂਜੀ ਯਾਨੀ ਕਿ ਫਿਰ ਤੇ ਕਹਿ ਲਈ ਕਿ ਆਲ ਓਵਰ ਪੰਜਾਬ ਚ ਇੱਥੇ ਵਾਮ ਆ ਰਹੀ ਆ ਊਂਠ ਹਾਂਜੀ ਹਾਂਜੀ ਖਰੀਦਣ। ਫੈਸਲਾਬਾਦ ਤੱਕ ਵੀ ਆਉਂਦੇ ਨੇ। ਠੀਕ ਹੋ ਗਿਆ। ਹੁਣ ਇਸ ਜਿਹੜੇ ਊਂਠ ਆਪਣੇ ਪਿੱਛੇ ਖੜੇ ਨੇ, ਹਾਂਜੀ ਇਹ ਚ ਮਹਿੰਗੇ ਤੋਂ ਮਹਿੰਗਾ ਊਂਠ ਤੁਹਾਡਾ ਕਿੰਨੇ ਦਾ? 10 ਲੱਖ ਦਾ ਜੀ। 10 ਲੱਖ ਦਾ। ਤੇ ਜੇ ਕੋਈ ਮੇਰੇ ਵਰਗਾ ਗਰੀਬ ਬੰਦਾ ਆਵੇ ਤੇ ਉਹਦੇ ਵਾਸਤੇ ਕਿੰਨਾ ਘੱਟ ਤੋਂ ਘੱਟ ਰੇਟ? ਘੱਟ ਤੋਂ ਘੱਟ 5 ਤੋਂ ਘੱਟ ਕੋਈ ਵੀ ਨਹੀਂ ਹੈ ਜੀ। ਅੱਛਾ ਜੀ, ਯਾਨੀ ਕਿ ਇੱਕ ਆਮ ਸਿੰਪਲ ਊਂਠ ਵੀ ਜਿਹੜਾ ਕਿ ਅਸੀਂ ਕਹਿ ਲਈਏ ਕਿ ਇੱਕ ਜ਼ਰੂਰਤ ਦੇ ਹਿਸਾਬ ਨਾਲ ਵੀ ਖਰੀਦਿਆ ਜਾਵੇ ਤੇ ਉਹ 5 ਲੱਖ ਤੋਂ ਥੱਲੇ ਨਹੀਂ ਹਾਂਜੀ ਹੈ। 5 ਲੱਖ ਪਿੱਛੋਂ ਹੀ ਬਹੁਤ ਕੰਮ ਮਹਿੰਗਾ ਹੈ। ਅੱਛਾ, ਯਾਨੀ ਕਿ ਪਿੱਛੋਂ ਤੇਜ਼ੀ ਹੈ ਮੰਡੀ ਦੀ। ਹਾਂਜੀ ਪਿੱਛੇ ਬਹੁਤ ਤੇ ਇਹਦਾ ਅਸਰ ਮਹਿੰਗਾਈ ਦਾ ਅਸਰ ਯਾਨੀ ਕਿ ਇਸ ਮੰਡੀ ਤੇ ਵੀ ਪਿਆ ਹੈ। ਬਿਲਕੁਲ ਬਿਲकुल ਜੀ। ਤੇ ਮੰਡੀ ਦੀ ਸੂਰਤ ਹਾਲ ਕੀ ਹੈ ਵੀ, ਯਾਨੀ ਕਿ ਤੇਜ਼ ਮੰਡੀ ਮੰਦਾ ਹੈ, ਕੀ ਸੂਰਤ ਹਾਲ ਹੈ? ਮੰਦਾ ਜੀ। ਕਿਉਂਕਿ ਈਦ ਦੇ ਵਿੱਚ ਆ ਵੇਖੋ ਹੁਣ ਸਿਰਫ 3 ਬਹੁਤ ਕਿ 4 ਦਿਨ ਪਰੇਸ਼ਾਨ ਰਹਿ ਗਏ ਨੇ, ਬਹੁਤ ਤੇ ਪਰੇਸ਼ਾਨ ਮਾਲ ਬੈਠੇ। ਪਿੱਛੇ ਤੁਹਾਡੇ ਸਾਹਮਣੇ ਖੜਾ ਹੈ ਹਲੇ ਕਾਫੀ ਜ਼ਿਆਦਾ। ਅੱਗੇ ਅਸੀਂ ਫਰਕ ਹੋ ਜਾਂਦੇ ਸੀ ਵੇਚ ਕੇ, ਤੇ ਫਰਕ ਹੋ ਜਾਂਦੀ ਹੈ ਕਿ ਪਰੇਸ਼ਾਨ ਹੈ, ਮਾਲ ਵਿਕ ਨਹੀਂ ਰਿਹਾ, ਰੇਟ ਸੁਣਦੇ ਤੇ ਚਲੇ ਜਾਂਦੇ ਨੇ। ਅੱਛਾ, ਹਾਂਜੀ ਚਲੋ ਜੀ, ਅੱਲਾਹ ਪਾਕ ਖੈਰ ਕਰੇਗਾ, ਤੇ ਅੱਲਾਹ ਪਾਕ ਸਾਰਿਆਂ ਨੂੰ ਤੌਫੀਕ ਦੇਵੇ ਕਿ ਉਹ ਆਪਣੀ ਯਾਨੀ ਕਿ ਇੱਕ ਜਾਨਵਰ ਖਰੀਦ ਕੇ ਅੱਲਾਹ ਦੀ ਰਾਹ ਤੇ ਕੁਰਬਾਨ ਕਰਨ ਦੀ ਉਹਨਾਂ ਨੂੰ ਤੌਫੀਕ ਦੇਵੇ, ਆਮੀਨ ਤੇ ਸਾਨੂੰ ਵੀ ਉਹ ਤੌਫੀਕ ਦੇਵੇ ਅੱਲਾਹ ਪਾਕ, ਤੇ ਹਰ ਕਿਸੇ ਨੂੰ ਖਰੀਦਣ ਦੀ ਤੌਫੀਕ ਦੇਵੇ। ਆਮੀਨ। ਤੇ ਬਾਕੀ ਵੀਵਰ ਤੁਸੀਂ ਮੇਰੇ ਪਿੱਛੇ ਯਾਨੀ ਕਿ ਜਦੋਂ ਈਦ ਨਜ਼ਦੀਕ ਆ ਜਾਂਦੀ ਹੈ ਤੇ ਇੱਥੇ ਊਂਠ ਮੁਕੰਮਲ ਵਿਕ ਚੁੱਕੇ ਹੁੰਦੇ ਨੇ। ਅਸੀਂ ਤੁਹਾਡੀ ਇੱਥੇ ਕਿਸੇ ਆਏ ਗਾਹਕ ਨਾਲ ਵੀ ਗੱਲ ਕਰਵਾਵਾਂਗੇ, ਉਹ ਕੀ ਰਿਵਿਊ ਦਿੰਦੇ ਨੇ। ਹੈ ਜੀ, ਕੋਈ ਆਏ ਨੇ ਹੁਣ ਗਾਹਕ ਤੇ ਡੀਲ ਕਰ ਰਹੇ ਨੇ। ਕੁਝ ਊਂਠ ਵਿਕ ਚੁੱਕੇ ਨੇ ਤੇ ਕੁਝ ਵਿਕਣ ਵਾਲੇ ਨੇ, ਤੇ ਉਹਨਾਂ ਦਾ ਰੇਟ ਤੈਅ ਹੋ ਰਿਹਾ, ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਥੋੜੇ ਕਿਹੜੀ ਜਗ੍ਹਾ ਤੋਂ ਖਰੀਦਣ ਆਏ ਊਂਠ? ਹੈ ਕਮਾਲੀ ਸ਼ਹਿਰ ਤੋਂ ਆਏ ਹੋ? ਮਾਈਕ ਪਕੜੋ, ਦੱਸਿਓ ਕਿਹੜਾ ਊਂਠ ਖਰੀਦਣ ਦੀ ਖਾਹਿਸ਼ ਰੱਖਦੇ ਹੋ? ਤੇ ਕਮਾਲੀਓ ਆਇਆ ਇਸ ਟਾਈਮ? ਹੈ ਜੀ, ਕਮਾਲੀਓ ਆਏ ਨੇ ਯਾਰ। ਕੰਮ ਢਿੱਲੇ ਆ, ਬਸ ਤੁਹਾਡਾ ਹੀ ਕੰਮ ਜਿਆਦਾ ਤੇਜ਼ ਆ। ਸਾਡੇ ਬੜਾ ਢਾਂਗੇ ਪਿੱਛੇ ਲੈ ਗਿਆ ਪੱਕੇ ਜੇ ਚੀਏ ਦਾ ਸਮਝ ਕੋਈ ਬੰਦਾ ਅੱਛਾ ਭੈਣ, ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਊਂਠ ਲੈਣ? ਕਮਾਲੀ ਸ਼ਹਿਰ ਤੋਂ। ਤੇ ਮੰਡੀ ਵੇਖੀ ਹੈ ਤੁਸੀਂ, ਕੀ ਸੂਰਤ ਹਾਲ ਨਜ਼ਰ ਆ ਰਹੀ ਹੈ ਮੰਡੀ ਦੀ? ਤੇਜ਼ੀ ਹੈ, ਬਹੁਤ ਮਹਿੰਗੀ ਹੈ। ਲੁੱਟ ਮਚਾਈ ਹੈ, ਜਾਂ ਕੁਝ ਵਕਤ ਇਸ ਤਰ੍ਹਾਂ ਦਾ ਆ ਗਿਆ ਕਿ ਆਟੋਮੈਟਿਕ ਹਰ ਚੀਜ਼ ਦੇ ਰੇਟ ਵੱਧ ਚੁੱਕੇ ਨੇ? ਸਸਤੇ ਹੋ ਗਏ। ਅੱਛਾ, ਬਾਕੀ ਹਰ ਸ਼ੈ ਸਸਤੀ ਹੈ, ਜਾਨਵਰ ਮਹਿੰਗਾ। ਤੇ ਜਾਨਵਰ ਮਹਿੰਗਾ ਹੈ। ਹੁਣ ਯਾਨੀ ਕਿ ਤੁਸੀਂ ਊਂਠ ਪਸੰਦ ਕਰ ਰਹੇ ਹੋ। ਚਲੋ ਅੱਲਾਹ ਪਾਕ ਖੈਰ ਕਰੇ, ਕੋਈ ਅਸੀਂ ਵੀ ਦੁਆ ਕਰਨਾ ਤੁਹਾਨੂੰ ਪਸੰਦ ਆ ਜਾਵੇ ਤੇ ਤੁਹਾਡਾ ਰੇਟ ਬਣੇ, ਤੇ ਅੱਲਾਹ ਪਾਕ ਤੁਹਾਡੀ ਕੁਰਬਾਨੀ ਕਬੂਲ ਵੀ ਕਰੇ। ਤੇ ਬਾਕੀ ਵੇਖਦੇ ਹਾਂ ਰੇਟ ਦੇ ਵਿੱਚ ਕੀ ਬਣਦਾ ਹੈ ਜੀ। ਵੀਵਰ ਕੁਛ ਗਾਹਕ ਆਏ ਨੇ ਕਮਾਲੀਆ ਸ਼ਹਿਰ ਤੋਂ ਊਂਠ ਖਰੀਦਣ, ਤੇ ਉਹ ਰੇਟ ਪੁੱਛਦੇ ਨੇ ਤੇ ਚੁੱਪ ਹੋ ਜਾਂਦੇ ਨੇ, ਕਿਉਂਕਿ ਰੇਟ ਬਹੁਤ ਜ਼ਿਆਦਾ ਹੋ ਚੁੱਕੇ ਨੇ, ਜਿਹੜੀ ਵਜ੍ਹਾ ਤੋਂ ਉਹ ਕਹਿੰਦੇ ਜੀ ਸਾਡੀ ਪਹੁੰਚ ਤੋਂ ਬੱਚਾ 2 ਮਨ ਦਾ 2.5 ਲੱਖ ਦਾ ਵਿਕ ਰਿਹਾ, 2 ਮਨ ਦਾ 1.25 ਲੱਖ ਦਾ ਹੁੰਦਾ।
ਭਾਈ ਹੋਰਾਂ ਨੇ ਤੈਅ ਕਰ ਲਿਆ ਕਿ ਆਏ ਨੇ ਤੇ ਊਂਠ ਲੈ ਕੇ ਜਾਣਗੇ। ਅੱਲਾ ਕਰੇ ਇਹਨਾਂ ਦਾ ਰੇਟ ਤੈਅ ਹੋ ਜਾਵੇ ਤੇ ਉਹ ਖਾਲੀ ਨਾ ਜਾਣ, ਤੇ ਅਸੀਂ ਤੁਹਾਨੂੰ ਦਿਖਾਵਾਂਗੇ ਤੇ ਭਾਈ ਹੋਰਾਂ ਦਾ ਕੀ ਰੇਟ ਤੈਅ ਹੁੰਦਾ ਤੇ ਕਿਹੜਾ ਊਂਠ ਉਹਨਾਂ ਨੂੰ ਪਸੰਦ ਆਉਂਦਾ। ਇਹ ਮਾਸ਼ਾਅੱਲਾ ਵੇਖੋ ਤੁਸੀਂ ਊਂਠ ਖੜੇ ਨੇ। ਬਾਕੀ ਤੁਸੀਂ ਕਿਸ ਚੀਜ਼ ਦੀ ਕੁਰਬਾਨੀ ਕਰ ਰਹੇ ਹੋ ਤੁਸੀਂ ਸਾਨੂੰ ਕਮੈਂਟ ਵਿੱਚ ਦੱਸਣਾ ਹੈ। ਇਹ ਜੀ ਭਾਈ ਹੋਰਾਂ ਦੀ ਡਿਮਾਂਡ 8.5 ਲੱਖ ਰੁਪਇਆ ਇਸ ਊਂਠ ਦੀ। ਭਾਈ ਹੋਰਾਂ ਦਾ ਰੇਟ ਨਹੀਂ ਬਣਿਆ ਤੇ ਭਾਈ ਹੋਰੀ ਉਦਾਸ ਵਾਪਸ ਜਾ ਰਹੇ ਨੇ ਤੇ ਉਹਨਾਂ ਦਾ ਛੋਟਾ ਬੱਚਾ ਵੀ ਨਾਰਾਜ਼ ਹੋ ਗਿਆ ਹੈ ਕਿ ਊਂਠ ਲੈਣਾ ਸੀ ਤੇ ਨਹੀਂ ਲੈ ਕੇ ਜਾ ਰਹੇ। ਕਾਫੀ ਜ਼ਿਆਦਾ ਗਾਹਕ ਆ ਚੁੱਕੇ ਨੇ। ਜੀ ਕੁਝ ਹੋਰ ਗਾਹਕ ਆਏ ਨੇ ਮੰਡੀ ਵਿੱਚ, ਉਹਨਾਂ ਨੇ ਮਾਸ਼ਾਅੱਲਾ ਊਂਠ ਖਰੀਦਿਆ, ਉਹਨਾਂ ਦਾ ਸੌਦਾ ਤੈਅ ਹੋ ਗਿਆ ਤੇ ਮਜ਼ੀਦ ਅਸੀਂ ਉਹਨਾਂ ਕੋਲੋਂ ਪੁੱਛਾਂਗੇ। ਅੰਕਲ ਜੀ ਕਿੰਨੇ ਵਿੱਚ ਖਰੀਦਿਆ ਊਂਠ ਤੇ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਮਾਈਕ ਥੋੜਾ ਨਜ਼ਦੀਕ ਕਰ ਦਿਓ। ਹਰ ਸਾਲ ਇੱਥੋਂ ਹੀ ਲੈ ਕੇ ਜਾਂਦੇ। ਅੱਛਾ ਜੀ। ਤਕਰੀਬਨ ਸਾਨੂੰ 10-12 ਸਾਲ ਹੋ ਚੱਲੇ ਇੱਥੇ ਲੈ ਕੇ ਜਾਂਦੇ। ਅੱਛਾ। ਵਕਤ ਅਲੱਗ ਬਣ ਗਿਆ ਹੈ ਨਾ, ਮਹਿੰਗਾ ਸਸਤਾ ਨਹੀਂ ਦੇਖੀਦਾ। ਅੱਲਾ ਇਸ ਤੋਂ ਅੱਲਾ ਦੀ ਰਾਹ ਤੇ ਕੁਰਬਾਨ ਕਰਨਾ। ਜੀ ਜੀ ਬਿਲਕੁਲ। ਇਸ ਵਾਸਤੇ ਜਿਹੜਾ ਨਾ ਉਹ ਪੇਟ ਦਾ ਤੇ ਸੋਚੀਦਾ ਨਹੀਂ, ਮਾੜਾ ਮੋਟਾ ਤਾਂ ਬਹਿਸ ਕਰਨਾ ਫਿਰ ਜੀ ਜੀ ਉਹ ਬਿਲਕੁਲ ਸੁਨਨਤ ਵੀ ਹੈ, ਬਹਿਸ ਕਰਨੀ ਵੀ ਚਾਹੀਦੀ ਹੈ ਤੇ ਮਾਸ਼ਾਅੱਲਾ ਇਹ ਵਾਲਾ ਜਾਮਲ ਖਰੀਦਿਆ ਤੁਸੀਂ। ਅੱਲਾ ਪਾਕ ਜੀ ਤੁਹਾਡੀ ਕੁਰਬਾਨੀ ਵੀ ਕਬੂਲ ਕਰੇ ਤੇ ਸਾਰਿਆਂ ਨੂੰ ਤੌਫੀਕ ਵੀ ਦੇਵੇ। ਤੇ ਮੰਡੀ ਦੀ ਕੀ ਸੂਰਤ ਹਾਲ ਤੁਹਾਨੂੰ ਨਜ਼ਰ ਆ ਰਹੀ ਹੈ? ਪਿਛਲੇ ਸੂਰਤ ਪਿਛਲੇ ਸਾਲ ਅਸੀਂ ਇਹ ਇਸੇ ਤਰ੍ਹਾਂ ਦਾ ਊਂਠ ਜਿਹੜਾ ਅਸੀਂ ਲਿਆ 3.5 ਲੱਖ ਦਾ। ਅੱਛਾ ਜੀ। ਅਸੀਂ ਲਿਆ 4,95,000 ਯਾਨੀ ਕਿ ਰੇਟ ਵੱਧ ਚੁੱਕੇ ਨੇ ਪਿਛਲੇ ਸਾਲ ਦੇ ਲਿਹਾਜ਼ ਜ਼ਿਆਦਾ ਵੱਧ ਗਿਆ ਤੇ ਠੀਕ ਹੈ ਮਾਸ਼ਾਅੱਲਾ। 2-2 ਲੱਖ ਰੁਪਏ ਪਿਛਲੇ ਸਾਲ ਨਾਲੋਂ ਰੇਟ ਜ਼ਿਆਦਾ। ਅੱਛਾ। ਯਾਨੀ ਕਿ ਉਹ ਫਿਰ ਉਹ ਯਾਨੀ ਕਿ ਜਿਹੜੀ ਆਵਾਮ ਆਂਦੀ ਸੀ ਉਹ 3 ਲੱਖ ਦਾ ਜ਼ੇਨ ਬਣਾ ਕੇ ਆ ਰਿਹਾ, ਕੋਈ 4 ਦਾ ਬਣਾ ਕੇ ਆ ਰਿਹਾ, ਉਸ ਤੋਂ 2 ਲੱਖ 1.5 ਲੱਖ ਵੱਧ ਚੁੱਕਿਆ। ਖਰੀਦਾਰ ਵੀ ਘਟ ਗਿਆ। ਅੱਛਾ ਹਾਂਜੀ। ਅਸੀਂ ਅੱਗੇ ਵੇਖ ਰਹੇ ਹਾਂ ਕਿ ਗਾਹਕ ਬਹੁਤ ਘੱਟ ਹੈ ਉਸ ਹਿਸਾਬ ਨਾਲ ਫਿਰ ਗਾਹਕ ਕਮ ਹੈ। ਹਾਂਜੀ ਤੇ ਅੱਗੇ ਇਸ ਯਾਨੀ ਕਿ ਦਿਨਾਂ ਦੇ ਵਿੱਚ ਇਹ ਇੱਥੇ ਤਕਰੀਬਨ ਕਾਫੀ ਜ਼ਿਆਦਾ ਊਂਠ ਦੇਖ ਚੁੱਕੇ ਹੁੰਦੇ ਸਨ ਤੇ ਹੁਣ ਕਾਫੀ ਜ਼ਿਆਦਾ ਖੜੇ ਨੇ। ਇਹ ਮੰਡੀ ਦੀ ਸੂਰਤ ਹਾਲ ਹੀ ਹੈ ਨਾ ਫਿਰ ਕਿ ਗਾਹਕ ਹੈ ਹੀ ਨਹੀਂ, ਆਂਦਾ ਰੇਟ ਸੁਣ ਕੇ ਚਲਾ ਜਾਂਦਾ। ਇਹਨਾਂ ਦਿਨਾਂ ਚ ਜਦੋਂ ਵੈਸੇ ਇਹਨਾਂ ਨੂੰ ਇੱਕ ਜਾਨਵਰ ਵੀ ਨਹੀਂ ਕੱਢਣਾ ਖਤਮ ਹੋ ਚੁੱਕੇ ਹੁੰਦੇ ਸੀ। ਹਾਂਜੀ। ਵਪਾਰੀ ਲੈ ਜਾਂਦੇ ਸਨ ਜਾਂ ਇੱਥੇ ਲੋਕ ਲੈ ਜਾਂਦੇ ਸਨ ਆਪਣੀ ਕੁਰਬਾਨੀ ਕਰਨ ਵਾਸਤੇ, ਨਹੀਂ ਤੇ ਵਪਾਰੀ ਲੈ ਜਾਂਦੇ ਸੀ ਜ਼ਿਆਦਾ ਇਹਨਾਂ ਨੂੰ ਵੇਚਣ ਵਾਸਤੇ। ਤੇ ਹੁਣ ਤੇ ਉਹ ਗਾਹਕ ਨਹੀਂ ਹੈਗਾ, ਵਪਾਰੀ ਕੋਲ ਵੀ ਗਾਹਕ ਕੋਈ ਨਹੀਂ, ਰੇਟ ਭਰਦਾ ਨਹੀਂ ਗਾਹਕ। ਇਸ ਵਾਸਤੇ ਉਹ ਟਿਊਸ਼ਨ ਬਹੁਤ ਜਿਹੜੀਆਂ ਪਰੇਸ਼ਾਨ ਕੋਲ। ਚਲੋ ਮਾਸ਼ਾਅੱਲਾ ਅੱਲਾਹ ਪਾਕ ਜੀ ਤੁਹਾਡੀ ਕੁਰਬਾਨੀ ਕਬੂਲ ਕਰੇ। ਮਿਹਰਬਾਨੀ ਤੁਸੀਂ ਟਾਈਮ ਦਿੱਤਾ ਸਾਨੂੰ। रेट फाइनल हो रहा है लेकिन कुछ तकरार चल रहा है, घाटा वाधा हो रहा है जनाब। देखो कितने आगे गल मुकदी है। जी 3.5 लाख ला चुके ने लेकिन मालक देन वास्ते नहीं जा रहा, डिमांड ज्यादा है। लो जी उन्होंने 3.5 लाख नहीं सौदा तय होया। अंकल जी किहड़ी जगह तो आए हो खरीदन? बिहाड़ी जी। ते की गल कोई रेट नहीं तय होया, की चक्कर है? किहड़े हुण दा 3.5 लाख लाया सी? आ सामने अच्छा मालक की मांग रहा है इस दा? मालक 4 लाख मांग रहा है। ते पिछले साल की निस्बत इस साल की निस्बत किन्ने रेट ज्यादा होए? रेट ज्यादा, लाख रुपए ज्यादा रेट है। अच्छा यानी कि 1 लाख का फर्क पै चुका है पिछले साल मैं 2.5 लाख का लेके आसी इत्थों ही मुल्तानो। ठीक हो गया। इस दफा पहली दफा इस आए हैं। यानी कि हुण तुहाडा रेट फाइनल नहीं होया ते तुसी ਅਸੀਂ ਫਿਰ ਮੁਲਤਾਨ ਜਾ रहे हो। चलो अल्लाह पाक तुहाडे मुकद्दरां करे कि कोई थैंक यू। मैं ते दुआ करदा कि इत्थे रेट तुहाडा तय हो जाए तुसी लेके जाओ। तू करवा दे कमीशन भी तेरे नाल नहीं जी कमीशन नहीं तुसी साडे इलाका मुसलमान चाहे हो ये साडे वास्ते बड़ी आजाद दी गल है। इलाके च आए हैं ते आ मेरा भाई साफी भी हैगा नाल
ਠੀਕ ਹੈ ਅੱਛਾ ਜੀ। ਤੇਰੇ ਨਾਲ ਤੇ ਇਹ ਕਰਵਾ ਦੇ ਸੌਦਾ ਤੂੰ, ਠੀਕ ਹੈ ਨਾ ਜੀ। ਚਲੋ ਕੋ ਉੱਤੇ ਥੱਲੇ ਹੁੰਦਾ ਤੇ ਕਰਕੇ ਸਾਰੇ ਲੈ ਜਾਓ, ਲੈ ਖਾਲੀ ਹੱਥ ਨਾ ਲੈ ਜਾਓ। ਚਲੋ ਅੱਲਾਹ ਪਾਕ ਤੁਹਾਨੂੰ ਨਸੀਬ ਕਰੇ। ਹਾਂਜੀ ਚਾਚੂ ਹੋ ਗਿਆ ਫਾਈਨਲ? ਵੇਖ ਲਓ ਫਿਰ ਮੇਰੀ ਵੀਡੀਓ ਬਣਾਉਣ ਦਾ ਸਰ ਕਿ ਤੁਹਾਡੇ ਨਾਲ ਰੇਟ ਫਾਈਨਲ ਹੋ ਚੁੱਕਿਆ ਤੇ ਤੁਸੀਂ ਕਿਹੜਾ ਹੋਰ ਤੁਹਾਨੂੰ ਕਿਹੜਾ ਪਸੰਦ ਆਇਆ? ਤੇ ਲੋ ਜੀ ਵੀਵਰ, ਅਸੀਂ ਇਸ ਵੀਡੀਓ ਦੇ ਵਿੱਚ ਇਸ ਊਠਣੀ ਦੀ ਗੱਲ ਕਰ ਰਹੇ ਸੀ, ਉਹਨਾਂ ਦਾ ਸੌਦਾ ਤੈਅ ਹੋ ਚੁੱਕਿਆ ਤੇ ਇਹ ਕਿੰਨੇ ਚ ਹੁਣ ਜੀ ਤੁਹਾਡਾ ਰੇਟ ਫਾਈਨਲ ਹੋ ਗਿਆ, ਤੁਸੀਂ ਕਿੰਨੇ ਚ ਖਰੀਦੀ? ਅੱਛਾ ਜੀ, ਖੁਸ਼ ਹੋ? ਹੋਰ ਕੋ ਸਾਡੇ ਲਾਇਕ ਹੋਣ ਜਿੰਨਾ ਤੁਸੀਂ ਸਾਨੂੰ ਕਿਹਾ ਸੀ ਉਹ ਸਾਡੀ ਵੀਡੀਓ ਤੋਂ ਇਲਾਵਾ ਹੀ ਹੋ ਗਿਆ ਤੁਹਾਡੇ ਨਾਲ, ਠੀਕ ਹੈ ਜੀ। ਚਲੋ ਅੱਲਾਹ ਪਾਕ ਉਹ ਵੀ ਤੁਹਾਡੇ ਨਸੀਬ ਚ ਕਰੇ, ਉਹਦਾ ਵੀ ਕਰੋ ਗੱਲਬਾਤ ਤੇ ਇਨਸ਼ਾਅੱਲਾ ਉਹ ਵੀ ਫਾਈਨਲ ਹੋ ਜਾਏਗਾ। ਤੇ ਵੀਵਰ ਇਹ ਭਾਈ ਹੋਰਾਂ ਨੇ ਊਠ ਖਰੀਦਿਆ ਹੈਗਾ ਜੀ। ਭਾਈਜਾਨ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਖਾਨੇਵਾਲ ਤੋਂ। ਇਹ ਜੀ ਜ਼ਿਲ੍ਹਾ ਖਾਨੇਵਾਲ ਤੋਂ ਆਏ ਨੇ ਤੇ ਇਹ ਕਿੰਨੇ ਚ ਤੁਹਾਡਾ ਸੌਦਾ ਤੈਅ ਹੋਇਆ? 5.5 ਤੇ ਵੀਵਰ ਇਹ ਇਹਨਾਂ ਨੇ ਊਠ ਖਰੀਦਿਆ, ਅੱਲਾਹ ਪਾਕ ਇਹਨਾਂ ਦੀ ਕੁਰਬਾਨੀ ਵੀ ਕਬੂਲ ਕਰੇ। ਤੇ ਇਹ ਵੇਖੋ ਜੀ ਬੜਾ ਜ਼ਬਰਦਸਤ ਕਿਸਮ ਦਾ ਊਠ ਹੈ ਤੇ ਇਹ ਬੋਲ ਕੇ ਵੀ ਤੁਹਾਨੂੰ ਦਿਖਾ ਰਿਹਾ। ਇਹ ਕਿਹੜੀ ਨਸਲ ਦਾ ਯਾਰ ਊਠ ਹੈ ਜ਼ਰਾ ਦੱਸਿਓ? ਇਹ ਜੀ ਲਾੜੀ ਊਂਟ ਹੈ। ਲਾੜੀ? ਹਾਂਜੀ, ਤੇ ਇਹ ਕਿਹੜੀ ਕਿਹੜੀ ਨਸਲ ਦੇ ਊਠ ਆਪਣੇ ਇਸ ਮੰਡੀ 'ਚ ਮੌਜੂਦ ਨੇ ਇਸ ਟਾਈਮ? ਇਹ 5 ਨਸਲ ਦੇ ਲਾੜੀ, ਰੁਝਾਨੀ, ਮੜੇਚਾ, ਦੇਸੀ। ਅੱਛਾ, ਤੇ ਇਹ ਕਿਹੜਾ ਦੱਸਿਆ ਤੁਸੀਂ? ਇਹ ਲਾੜੀ। ਲਾੜੀ? ਹਾਂਜੀ। ਤੇ ਇਹਨਾਂ ਦੀ ਯਾਨੀ ਕਿ ਪਹਿਚਾਣ ਤੇ ਤੁਹਾਨੂੰ ਹੀ ਹੈ, ਤੇ ਕਿਸ ਤਰ੍ਹਾਂ ਪਹਿਚਾਣਿਆ ਜਾ ਸਕਦਾ ਹੈ ਅਗਰ ਕੋਈ ਆਮ ਬੰਦਾ ਉਹਨੂੰ ਤੁਸੀਂ ਕਿਸ ਤਰ੍ਹਾਂ ਇਹ ਫਿਰ ਤਾਰਫ ਦੇਸੀ ਦੀ ਕਰਾਂਗੇ? ਬੁੱਲਾਂ ਤੋਂ ਆਉਂਦੀ ਹੈ ਜੀ, ਮੜੇਚਿਆਂ ਦੀ ਕੰਨਾਂ ਤੋਂ ਆਉਂਦੀ ਹੈ, ਤੇ ਰੁਝਾਨੀਆਂ ਦੀ। ਅੱਛਾ, ਹਾਂਜੀ। ਤੇ ਵੀਵਰ ਇਹ ਊਠਾਂ ਦੀਆਂ ਨਿਸ਼ਾਨੀਆਂ ਨੇ ਕਿ ਕਿਹੜੇ ਕਿਹੜੇ ਜਿਹੜਾ ਇਲਾਕੇ ਦਾ? ਰੁਝਾਨੀ ਹੁੰਦਾ ਉਹਦਾ ਕੱਦ ਵੀ ਛੋਟਾ ਹੁੰਦਾ ਹੈ। ਅੱਛਾ, ਸਹੀ ਹੋ ਗਿਆ, ਬਹੁਤ ਮਿਹਰਬਾਨੀ ਜੀ। ਭਾਈਜਾਨ ਤੁਹਾਡਾ ਕੀ ਖਿਆਲਾਤ ਇਸ ਊਠ ਦੇ ਬਾਰੇ, ਜਾਂ ਕਿੰਨੇ ਕੁ ਖੁਸ਼ ਹੋ ਤੁਸੀਂ ਇਸ ਊਠ ਨੂੰ ਖਰੀਦ ਕੇ? ਤੇ ਅਲਹਮਦੁਲਿਲਾ ਜੈਸਾ ਸੋਚਿਆ ਸੀ ਵੈਸਾ ਮਿਲ ਗਿਆ ਵਾ ਸਾਰਾ ਕੁਝ। ਬਾਕੀ ਅੱਲਾਹ ਕਬੂਲ ਕਰੇ। ਜੀ ਜੀ ਬਿਲकुल बिल्कुल, अल्लाह पाक ਤੁਹਾਡੀ ਕੁਰਬਾਨੀ ਕਬੂਲ ਕਰੇ। ਫਸਟ ਟਾਈਮ ਆਏ ਹੋ ਇੱਥੇ ਮੁਸਲਮਾਨ? ਮੈਂ ਫਸਟ ਟਾਈਮ ਆਇਆ ਵਾਲਦ ਸਾਹਿਬ ਪਹਿਲੇ। ਅੱਛਾ ਅੱਛਾ, ਠੀਕ ਹੋ ਗਿਆ, ਬਹੁਤ ਮਿਹਰਬਾਨੀ ਜਨਾਬ।